ਸੁਭਾਵਿਕ ਹੁੰਦਾ ਹੈ ਕਿ ਜਿਹੜਾ ਪੁਰਖਿਆਂ ਦੀਆਂ ਧਰਤੀਆਂ ਤੇ ਆਉਣਾ ਤੇ ਉਹਨਾਂ ਨੂੰ ਵੇਖਣਾ, ਉਹਨਾਂ ਦੀ ਜਨਮ ਭੂਮੀ ਨੂੰ ਵੇਖਣਾ, ਮੇਰੇ ਪੜਦਾਦੇ ਔਰ ਦਾਦੇ ਔਰ ਪਿਤਾ ਦੀ ਧਰਤੀ ਤੇ। ਮੇਰੀ ਤੇ ਬਹੁਤ ਵਧੀਆ ਹੋਣਾ ਸੀ ਕਿ ਹੁਣ ਵਾਹਗਾ ਬਾਰਡਰ ਤੋਂ ਹੀ ਆਈ ਹਾਂ, ਪਰ ਇਹ ਕਿ ਪਹਿਲਾਂ ਤੇ ਮਹਿਸੂਸ ਕੁਝ ਹੋਰ ਹੁੰਦਾ ਸੀ। ਜਦੋਂ ਮੈਂ ਪਾਕਿਸਤਾਨ ਦੇ ਅੰਦਰ ਆਈ ਹਾਂ ਤੇ ਮੈਨੂੰ ਬਹੁਤ ਮਾਣ ਮਿਲਿਆ ਮੈਨੂੰ ਪਾਕਿਸਤਾਨ ਵਾਲਿਆਂ ਕੋਲੋਂ, ਤੇ ਮੈਂ ਉਧਰਲੀ ਸਰਕਾਰ ਨੂੰ ਵੀ ਚਾਹੁੰਦੀ ਹਾਂ ਕਿ ਉਹ ਵਿਜੇ ਖੋਲ੍ਹਣ ਤੇ ਇਹ ਵੀ ਭੈਣ ਭਰਾ ਸਾਰੇ ਜਿਹੜੇ ਨੇ ਉਹ ਮਿਲਣ। ਆਖਿਆ ਜਾਂਦਾ ਹੈ ਕਿ ਮਕਾਨ ਤੇ ਥਾਵਾਂ ਹਿਜਰਤ ਨਹੀਂ ਕਰ ਸਕਦੀਆਂ, ਜੇ ਹਿਜਰਤ ਕਰ ਸਕਦੀਆਂ ਤੇ ਆਪਣੇ ਰਹਿਣ ਵਾਲਿਆਂ ਦੀ ਤਲਾਸ਼ ਦੇ ਵਿੱਚ ਟੁਰ ਪੈਂਦੀਆਂ। ਪੰਜਾਬ ਇੰਨਾ ਕਿ ਇਤਿਹਾਸਿਕ ਹੈ, ਪੰਜਾਬ ਇੰਨਾ ਕਿ ਹਿਸਟੋਰੀਕਲ ਹੈ ਕਿ ਇੱਥੇ ਦੇ ਰਹਿਣ ਵਾਲੇ ਬੇਸ਼ੱਕ ਇਹਨੂੰ ਛੱਡ ਕੇ ਅੱਗੇ ਚਲੇ ਗਏ, ਇਹਨੂੰ ਛੱਡ ਕੇ ਆਪਣੇ ਪਿਛੋਕੜ ਨੂੰ ਛੱਡ ਕੇ ਇੱਕ ਵੱਡੀ ਵੰਡ ਦੀ ਨਜ਼ਰ ਹੋ ਗਏ, ਪਰ ਉਹ ਆਪਣਾ ਪਿਛੋਕੜ, ਆਪਣਾ ਇਤਿਹਾਸ ਤੇ ਆਪਣਾ ਮਾਜ਼ੀ ਨਹੀਂ ਭੁੱਲੇ। ਉਹ ਹਲੇ ਵੀ ਆਪਣੀਆਂ ਬਣਾਈਆਂ ਗਈਆਂ ਥਾਵਾਂ ਨੂੰ ਵੇਖਣ ਲਈ ਤਰਸਦੇ ਨੇ। ਉਹ ਹਲੇ ਵੀ ਉੱਥੇ ਲੱਗੀਆਂ ਇੱਟਾਂ ਨੂੰ ਤਰਸਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਵੱਡਿਆਂ ਨੇ ਲਾਇਆ, ਜਿਨ੍ਹਾਂ ਨੂੰ ਉਹਦੇ ਪੜਦਾਦਿਆਂ ਨੇ, ਦਾਦਿਆਂ ਨੇ ਲਾਇਆ। ਅੱਜ ਦੀ ਸਟੋਰੀ ਵੀ ਹੈ ਇੰਜ ਦੀ ਹੀ, ਅੱਜ ਦੀ ਸਟੋਰੀ ਦੇ ਵਿੱਚ ਵੀ ਇਹੀ ਕੁਛ ਕਿ ਪੰਜਾਬ ਜਿਹੜਾ ਵੰਡਿਆ ਗਿਆ ਉਹ ਲੋਕਾਂ ਦੇ ਦਿਲ ਨਹੀਂ ਵੰਡ ਸਕਿਆ। ਮੇਰਾ ਨਾਮ ਹਰਜੀਤ ਕੌਰ ਹੈ, ਮੈਂ ਇਟਲੀ ਤੋਂ ਆਈ ਹਾਂ। ਮੈਂ ਉੱਥੋਂ ਦੀ ਸਿਟੀਜ਼ਨ ਹਾਂ, ਇਸੇ ਕਰਕੇ ਮੇਰਾ ਵੀਜ਼ਾ ਲੱਗ ਗਿਆ। ਥੋੜ੍ਹਾ ਜਿਹਾ ਇੰਡੀਆ ਵਾਲਿਆਂ ਨੂੰ ਹੁੰਦਾ ਹੈ, ਮੇਰੇ ਭੈਣ ਭਰਾਵਾਂ ਨੇ ਵੀ ਮੇਰੇ ਨਾਲ ਆਉਣਾ ਸੀ, ਪਰ ਥੋੜ੍ਹੀਆਂ ਜਿਹੀਆਂ ਵੀਜ਼ੇ ਕਰਕੇ, ਮਜਬੂਰੀਆਂ ਕਰਕੇ ਉਹ ਮੇਰੇ ਨਾਲ ਨਹੀਂ ਆਏ। ਅੱਜ ਆਪਣੇ ਪੁਰਖਿਆਂ ਦੇ ਜਿਹੜੀ ਜੋ ਧਰਤੀ ਹੈ, ਜੋ ਉਹਨਾਂ ਨੇ, ਸਰਦਾਰ ਜਵੰਤ ਸਿੰਘ ਮੇਰੇ ਪੜਦਾਦਾ ਜੀ ਸੀ ਜਿਨ੍ਹਾਂ ਨੇ ਇਹ ਜ਼ਮੀਨ ਦਾਨ ਦਿੱਤੀ ਸੀ, ਤੇ ਅੱਜ ਮੈਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਜੋ ਮੈਨੂੰ ਆਣ ਕੇ ਮਾਣ ਮਹਿਸੂਸ ਹੋਇਆ, ਤੇ ਮੈਂ ਖੁਸ਼ ਹੋ ਰਹੀ ਹਾਂ ਕਿ ਮੈਨੂੰ ਅੱਜ ਜੋ ਇਹਨਾਂ ਨੇ ਮਾਣ ਦਿੱਤਾ ਤੇ ਮੈਂ ਬਿਆਨ ਹੀ ਨਹੀਂ ਕਰ ਸਕਦੀ। ਸੁਭਾਵਿਕ ਹੁੰਦਾ ਹੈ ਕਿ ਜਿਹੜਾ ਪੁਰਖਿਆਂ ਦੀਆਂ ਧਰਤੀਆਂ ਤੇ ਆਉਣਾ ਤੇ ਉਹਨਾਂ ਨੂੰ ਵੇਖਣਾ, ਉਹਨਾਂ ਦੀ ਜਨਮ ਭੂਮੀ ਨੂੰ ਵੇਖਣਾ, ਮੇਰੇ ਪੜਦਾਦੇ ਔਰ ਦਾਦੇ ਔਰ ਪਿਤਾ ਦੀ ਧਰਤੀ ਤੇ। ਮੇਰੀ ਤੇ ਬਹੁਤ ਵਧੀਆ ਹੋਣਾ ਸੀ ਕਿ ਹੁਣ ਵਾਹਗਾ ਬਾਰਡਰ ਤੋਂ ਹੀ ਆਈ ਹਾਂ, ਪਰ ਇਹ ਕਿ ਪਹਿਲਾਂ ਤੇ ਮਹਿਸੂਸ ਕੁਝ ਹੋਰ ਹੁੰਦਾ ਸੀ। ਜਦੋਂ ਮੈਂ ਪਾਕਿਸਤਾਨ ਦੇ ਅੰਦਰ ਆਈ ਹਾਂ ਤੇ ਮੈਨੂੰ ਬਹੁਤ ਮਾਣ ਮਿਲਿਆ ਮੈਨੂੰ ਪਾਕਿਸਤਾਨ ਵਾਲਿਆਂ ਕੋਲੋਂ, ਤੇ ਮੈਂ ਉਧਰਲੀ ਸਰਕਾਰ ਨੂੰ ਵੀ ਚਾਹੁੰਦੀ ਹਾਂ ਕਿ ਉਹ ਵਿਜੇ ਖੋਲ੍ਹਣ ਤੇ ਇਹ ਵੀ ਭੈਣ ਭਰਾ ਸਾਰੇ ਜਿਹੜੇ ਨੇ ਉਹ ਮਿਲਣ। ਨਾਸਰ ਸਾਹਿਬ, ਉਹ ਇਸ ਤਰ੍ਹਾਂ ਹੈ ਕਿ ਅਸੀਂ ਲੱਭਦੇ ਹਾਂ ਪੰਜਾਬ ਦੇ ਅੰਦਰ ਨਾ, ਜਿਤਨੇ ਅਸੀਂ ਪੰਜਾਬ ਦੇ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਪਾਰਟੀਸ਼ਨ ਨਾਲ ਜਿਹੜੀਆਂ ਜੁੜੀਆਂ ਹੋਈਆਂ ਸਟੋਰੀਜ਼ ਹਨ, ਤਾਂ ਪਾਰਟੀਸ਼ਨ ਦੀਆਂ ਸਟੋਰੀਜ਼ ਜਦੋਂ ਅਸੀਂ ਕਵਰ ਕਰਦੇ ਹਾਂ ਨਾ, ਤਾਂ ਉਹਦੇ 'ਚ ਜ਼ਿਕਰ ਆਉਂਦਾ ਸੀ ਬਾਰ-ਬਾਰ ਨਾ ਖਾਲਸਾ ਕਾਲਜ। ਫਿਰ ਮੇਰੇ ਜ਼ਿਹਨ 'ਚ ਆਇਆ ਕਿ ਖਾਲਸਾ ਕਾਲਜ ਹੈ ਕਿੱਥੇ, ਉਹਨੂੰ ਦੇਖਣ ਦਾ। ਫਿਰ ਮੈਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਉਹਦਾ ਤਾਂ ਨਾਮ 1958-59 ਦੇ ਵਿੱਚ ਬਦਲ ਦਿੱਤਾ ਗਿਆ। ਹੁਣ ਉਸ ਕਾਲਜ ਦਾ ਕੀ ਨਾਮ ਹੈ? ਹੁਣ ਇਹ ਕਾਲਜ ਫਲਾਂ ਉਸ ਦਾ ਨਾਮ ਹੈ, ਮਿਊਨਿਸਪਲ ਡਿਗਰੀ ਕਾਲਜ ਉਸ ਦਾ ਨਾਮ ਬਣ ਗਿਆ। ਸੋ ਫਿਰ ਪਿਛਲੇ ਸਾਲ ਮੈਂ ਇੱਥੇ ਆਇਆ, ਇੱਥੇ ਇਸ ਕਾਲਜ ਦੇ ਵਿੱਚ ਖਾਲਿਦ ਸੰਧੂ ਸਾਹਿਬ ਹਨ, ਇਕਨੋਮਿਕਸ ਦੇ ਪ੍ਰੋਫੈਸਰ ਹਨ, ਉਹ ਮੈਨੂੰ ਮਿਲੇ। ਉਹਨਾਂ ਨੇ ਫਿਰ ਮੈਨੂੰ ਉਸ ਕਾਲਜ ਦੇ ਬਾਰੇ ਪੂਰੀ ਡਿਟੇਲ ਦੱਸੀ, ਤੇ ਮੇਰੇ ਉਹ ਕਹਿੰਦੇ ਨੇ ਜਿਵੇਂ ਲੂੰ ਕੰਡੇ ਹੋ ਜਾਂਦੇ ਨੇ ਕਿ ਯਾਰ ਇਤਨੀ ਤਾਰੀਖ ਤੇ ਅਸੀਂ ਉਸ ਨੂੰ ਭੁੱਲ ਕੇ ਫਿਰਦੇ ਹਾਂ। ਸੋ ਉਸ ਤਾਰੀਖ ਦਾ ਜਾਣਨ ਮੈਂ ਉਸ 'ਤੇ ਫਿਰ ਵੀਡੀਓ ਬਣਾਈ। ਮੇਰੇ ਨਾਲ ਗੁਰਚੰਦ ਸਿੰਘ ਜੀ ਸੀ, ਉਹ ਆਏ ਸੀ, ਕੈਨੇਡਾ ਤੋਂ ਆਏ ਸਨ। ਪੂਰਾ ਅਸੀਂ ਕਵਰ ਕੀਤਾ ਹੈ, ਜਿਸ ਬੋਰਡ ਦੇ ਥੱਲੇ ਅਸੀਂ ਖੜੇ ਹਾਂ ਇਹ ਵੀ ਕਵਰ ਕੀਤਾ। ਉਹ ਫਿਰ ਮੈਂ ਸਟੋਰੀ ਪਾਈ ਆਪਣੇ ਪੰਜਾਬੀ ਪ੍ਰਚਾਰ YouTube TV ਤੇ ਪਾਈ। ਉੱਥੋਂ ਫਿਰ ਮੇਰੇ ਨਾਲ ਮੁਖਤਲਿਫ ਲੋਕਾਂ ਨੇ ਰਾਬਤਾ ਕੀਤਾ ਜਿਹੜੇ ਇੱਥੋਂ ਪੜ੍ਹ ਕੇ ਨਿਕਲੇ ਸੀ, ਤੇ ਮੇਰੀ ਖਾਹਿਸ਼ ਸੀ ਕਿ ਜਿਹੜੇ ਜਵੰਤ ਸਿੰਘ ਸਾਹਿਬ ਸੀ ਉਹਨਾਂ ਦੀ ਫੈਮਿਲੀ ਦਾ ਅਗਰ ਕੋਈ ਮੈਨੂੰ ਬੰਦਾ ਮੇਰੇ ਨਾਲ ਕੰਟੈਕਟ ਕਰੇ। ਤੇ ਇਹਨਾਂ ਨੇ ਫਿਰ ਮੇਰੇ ਨਾਲ, ਹਰਜੀਤ ਕੌਰ ਹੋਰਾਂ ਨੇ, ਇਟਲੀ ਰਹਿੰਦੇ ਨੇ, ਇਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ ਕੋਈ 3 ਮਹੀਨੇ ਪਹਿਲੇ। ਮੈਂ ਕਾਨਫਰੰਸ ਦੇ ਵਿੱਚ ਬਿਜ਼ੀ ਸਾਂ, ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ। ਫਿਰ ਮੈਨੂੰ ਇਹ ਕਿਹਾ ਕਿ ਮੈਂ ਉਹ ਕਾਨਫਰੰਸ ਕਰਵਾ ਲਵਾਂ, ਤੁਸੀਂ ਨਵੰਬਰ ਦੇ ਆਖਰੀ ਹਫਤੇ ਆ ਜਾਓ ਜਾਂ ਦਸੰਬਰ ਦੇ ਪਹਿਲੇ ਹਫਤੇ ਆ ਜਾਓ। ਸੋ ਇਹ ਡਿਸਾਈਡ ਹੋਇਆ। ਇਹਨਾਂ ਦਾ ਮੈਂ ਫਿਰ ਵੀਜ਼ਾ ਲਵਾਇਆ, ਸਪਾਂਸਰਸ਼ਿਪ ਦਿੱਤੀ। ਇਹ ਫਿਰ ਉੱਥੋਂ ਕੱਲੀ ਬੀਬੀ ਜਿਹੜੀ ਹੈ, ਇਹਨਾਂ ਨੂੰ ਇਤਨੀ ਮੁਹੱਬਤ ਹੈ ਆਪਣੇ ਇਸ ਇਦਾਰੇ ਦੇ ਨਾਲ, ਆਪਣੇ ਵੱਡਿਆਂ ਦੇ ਨਾਲ,
ਇਹ ਫਿਰ ਹੁਣ ਮੇਰੇ ਕੋਲ ਇੱਥੇ ਆਏ, ਅੱਜ ਮੈਂ ਉਹਨਾਂ ਨੂੰ ਲੈ ਕੇ ਤੇ ਫਿਰ ਇੱਥੇ ਆਇਆ। ਕਿ ਇਹਨਾਂ ਨੇ ਮੈਨੂੰ ਜ਼ਿਆਦਾ ਪ੍ਰਮੋਟ ਕੀਤਾ ਕਿ ਤੁਸੀਂ ਆਓ ਤੇ ਆ ਕੇ ਤੁਸੀਂ ਆਪਣਾ ਕਾਲਜ ਜਿਹੜਾ ਹੈ ਉਹ ਵੇਖੋ। ਇਹਨਾਂ ਦੇ ਉਪਰਾਲੇ ਨਾਲ ਹੀ ਅੱਜ ਮੈਂ ਤੁਹਾਨੂੰ ਇਹ ਜਿਹੜਾ ਇਹ ਆਪਣਾ ਕਾਲਜ ਜਾਂ ਮੈਂ ਤੁਹਾਨੂੰ ਆਪ ਵੇਖ ਰਹੀ ਹਾਂ। ਮੈਂ ਇੰਨਾ ਬੋਲਣਾ ਤੇ ਜਾਣਦੀ ਨਹੀਂ, ਪਰ ਇਹ ਕਿ ਮੈਂ ਬੋਲ ਦਿੱਤਾ ਥੋੜ੍ਹਾ ਜਿਹਾ। ਇਹ ਕਿ ਚਲੋ ਜਦੋਂ ਆਪਾਂ ਜਨਮ ਭੂਮੀ ਜਿਹੜੀ ਵਡੇਰਿਆਂ ਦੀ ਜਨਮ ਭੂਮੀ ਹੁੰਦੀ ਹੈ ਉਹਦੇ ਨਾਲ ਤੁਹਾਡਾ ਮੋਹ ਜਿਹੜਾ ਹੈ ਹੋਣਾ ਸੁਭਾਵਿਕ ਹੁੰਦਾ। ਇਸ ਕਰਕੇ ਕਿ ਮੈਨੂੰ ਇਹ ਸੀ ਕਿ ਮੈਂ ਆਪਣੇ ਵਡੇਰਿਆਂ ਦੇ ਜਾ ਕੇ ਕਾਲਜ ਨੂੰ ਵੇਖਾਂ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਬਹੁਤ ਜ਼ਿਆਦਾ। ਮੈਂ ਬਿਆਨ ਹੀ ਨਹੀਂ ਕਰ ਸਕਦੀ ਕਿ ਮੈਂ ਜੇ ਤੁਹਾਨੂੰ ਬੋਲਾਂ ਤੇ ਮੈਨੂੰ ਬੋਲਣਾ ਤੇ ਇੰਨਾ ਆਉਂਦਾ ਨਹੀਂ ਹੈਗਾ। ਇੰਨਾ ਹੈ ਕਿ ਮੈਂ ਆਪਣੇ ਚੜ੍ਹਦੇ ਪੰਜਾਬ ਵੱਲੋਂ ਸਾਰੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਅੱਗੋਂ ਆਸ ਲੈ ਕੇ ਇਹੋ ਹੀ ਜਾਵਾਂਗੀ ਕਿ ਮੈਂ ਅੱਗੋਂ ਆਪਣੇ ਪਰਿਵਾਰ ਦੇ ਨਾਲ ਤੇ ਬੱਚਿਆਂ ਦੇ ਨਾਲ ਵਾਪਸ ਆਵਾਂ। ਹਵੇਲੀ ਦੇ ਵਿੱਚ ਸਾਡੇ ਦਾਦਾ ਜੀ, ਜਿਨ੍ਹਾਂ ਨੂੰ ਅਸੀਂ ਬਾਪੂ ਜੀ ਕਹਿੰਦੇ ਸੀ, ਬੈਠੇ ਇਹੋ ਹੀ ਗੱਲਾਂ ਕਰਦੇ ਹੁੰਦੇ ਸਨ ਕਿ ਅਸੀਂ ਜਿਹੜਾ ਕਾਲਜ ਹੈ ਸਾਡੇ ਦਾਦਾ ਜੀ ਨੇ ਉਹ ਦਾਨ ਕੀਤਾ ਸੀ, ਲਾਇਲਪੁਰ ਖਾਲਸਾ ਕਾਲਜ 119 ਕਨਾਲ। ਤੇ ਇਹੋ ਹੀ ਗੱਲਾਂ ਸੁਣੀਆਂ ਉਹ ਜੈਨ ਦੇ ਵਿੱਚ ਘੁੰਮਦੀਆਂ ਸੀ ਕਿ ਅਸੀਂ ਵੀ ਜਾ ਕੇ ਉਹ ਕਾਲਜ ਵੇਖੀਏ। ਅੱਜ ਮੇਰਾ ਸੁਪਨਾ ਸੱਚ ਹੋਇਆ। ਦੇਖੋ, ਜਿਹੜਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਨਾ, ਮੈਂ ਇਹਨੂੰ ਇਨਸਾਨੀ ਪਲੇਟਫਾਰਮ ਕਹਿਣਾ। ਇਨਸਾਨੀ ਪਲੇਟਫਾਰਮ ਇਸ ਲਈ ਕਹਿਣਾ ਕਿ ਇਹਦੇ ਤੇ ਕਿਸੇ ਦਾ ਕਬਜ਼ਾ ਨਹੀਂ ਹੈ। ਨੈਸ਼ਨਲ ਮੀਡੀਆ ਹੈ, ਹੋਰ ਦੁਨੀਆ ਭਰ ਦਾ ਮੀਡੀਆ ਹੈ, ਉਹ ਖਾਸ ਇੱਕ ਏਜੰਡਿਆਂ ਤੇ ਚੱਲਦਾ ਹੈ। ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸੋਸ਼ਲ ਮੀਡੀਆ ਜੋ ਮੇਰੇ ਜ਼ਿਹਨ 'ਚ ਚੱਲ ਰਿਹਾ ਹੋਏਗਾ ਮੈਂ ਉਹਦਾ ਹੀ ਬਿਆਨ ਕਰਾਂਗਾ। ਸੋ ਮੇਰੇ ਜ਼ਿਹਨ ਦੇ ਵਿੱਚ ਚੱਲਾ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਦੁਖਾਂਤ ਵਾਪਰਿਆ 1947 ਦੇ ਵਿੱਚ, ਉਹ ਪਾਰਟੀਸ਼ਨ ਦੀਆਂ ਸਟੋਰੀਆਂ ਕੀ ਸਨ। ਉਹ ਪਾਰਟੀਸ਼ਨ ਦੀਆਂ ਸਟੋਰੀਆਂ ਨੂੰ ਲੈ ਕੇ ਅਸੀਂ ਜਦੋਂ ਅੱਗੇ ਚੱਲੇ ਹਾਂ ਤਾਂ ਉਸ ਸੱਚ ਦੇ ਅਸੀਂ ਨੇੜੇ ਆਏ, ਜਿਹੜਾ ਕਿ ਪੰਜਾਬ ਦਾ ਸੱਚ ਸੀ। ਸੋ ਮੈਂ ਇਹ ਵੀ ਕਹਿਣਾ ਹਾਂ ਕਿ ਸ਼ਾਇਦ ਦੁਨੀਆ ਭਰ ਦੇ ਪੰਜਾਬੀ ਜਿਹੜੇ ਕੁਰਾਏ ਪਾਏ ਗਏ ਸੀ, ਜਿਹੜੇ ਮੁਖਤਲਿਫ ਸਟੇਟ ਨੈਰੇਟਿਵ ਦੇ ਅੰਦਰ ਦਬੇ ਹੋਏ ਸਨ, ਉਹਨਾਂ ਦੀ ਉਹ ਜਿਹੜੀ ਤੈਆਂ ਹਨ ਉਹ ਲਾ ਦਿੱਤੀਆਂ ਸੋਸ਼ਲ ਮੀਡੀਆ ਨੇ ਪਿਛਲੇ 10 ਸਾਲਾਂ ਦੇ ਵਿੱਚ। ਔਰ ਮੈਂ ਇਹ ਲਾਨੀਆਂ ਇਹ ਕਹਿਣਾ ਵਾਂ ਕਿ ਸਟੇਟ ਨੈਰੇਟਿਵ ਜਿੱਥੇ ਅਰਬਾਂ ਰੁਪਏ ਲਾ ਕੇ ਲੋਕਾਂ ਦਾ ਦਿਮਾਗ ਖਰਾਬ ਕੀਤਾ ਗਿਆ, ਨਫ਼ਰਤਾਂ ਵਧਾਈਆਂ ਗਈਆਂ, ਸੋਸ਼ਲ ਮੀਡੀਆ ਨੇ 10 ਸਾਲਾਂ ਦੇ ਅੰਦਰ ਉਡਾ ਕੇ ਰੱਖ ਦਿੱਤਾ। ਸੋ ਇਹਦੇ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਿਹੜਾ ਸੱਚ ਹੁੰਦਾ ਹੈ ਔਰ ਹਿਸਟੋਰਿਕ ਸੱਚ, ਦੇਖੋ ਹਿਸਟੋਰਿਕ ਸੱਚ ਦੇ ਅੰਦਰ ਵੀ ਤੇ ਝੂਠ ਕਈ ਤਰ੍ਹਾਂ ਦੇ ਬਣਾਏ ਜਾਂਦੇ ਨੇ ਨਾ, ਉਹਨੂੰ ਨਿਤਰਨ ਲੱਗਿਆ ਵੀ ਫਿਰ ਟਾਈਮ ਲੱਗਦਾ ਹੈ। ਸੋ ਸੱਚ ਤੇ ਇਹੀ ਹੈ ਕਿ ਪੰਜਾਬ ਤੇ ਪੰਜਾਬੀਆਂ ਨਾਲ ਬਹੁਤ ਬੁਰਾ ਹੋਇਆ। ਅਗਰ ਇਹ ਵੰਡਾਂ ਇਹ ਹੋਣੀਆਂ ਹੀ ਸਨ ਤੇ ਕਿਸੇ ਹੋਰ ਤਰੀਕੇ ਵੀ ਹੋ ਸਕਦੀਆਂ ਸਨ, ਹਿਊਮਨ ਬੇਸਿਸ ਤੇ ਵੀ ਹੋ ਸਕਦੀਆਂ ਸਨ, ਲੋਕਾਂ ਨੂੰ ਮਰਾਏ ਬਗੈਰ ਵੀ ਹੋ ਸਕਦੀਆਂ ਸਨ। ਔਰ ਉਸ ਤੋਂ ਬਾਅਦ ਫਿਰ ਇਸ ਹੱਦ ਤੱਕ ਦੀ ਜਿਹੜੀ ਜਕੜਨ ਸੀ, ਇੱਕ ਦੂਸਰੇ ਦੀ ਆਵਾਜਾਵੀ ਇਤਨੀ ਔਖੀ ਕਰ ਦਿੱਤੀ ਗਈ ਕਿ ਜਿਨ੍ਹਾਂ ਦੇ ਇੱਥੇ ਘਰ ਸਨ ਉਹ ਨਾ ਆ ਪਾਏ, ਰੋਂਦੇ ਮਰ ਗਏ। ਉਹਨਾਂ ਦੀ ਹੁਣ ਅੱਗੇ ਨਸਲਾਂ ਇੱਥੇ ਆਉਂਦੀਆਂ ਤੇ ਕੋਈ ਕਨੈਕਸ਼ਨ ਤੇ ਹੈ ਸੀ ਇਸ ਮਿੱਟੀ ਦੇ ਨਾਲ ਨਾ। ਇੱਧਰ ਦੇ ਲੋਕ ਉੱਧਰ ਵਾਸਤੇ ਤੜਪਦੇ ਨੇ, ਉੱਧਰ ਦੇ ਇੱਧਰ ਵਾਸਤੇ ਤੜਪਦੇ ਨੇ। ਸੋ ਸੱਚ ਇਹ ਹੈ ਕਿ ਇਨਸਾਨ ਜਿੱਥੇ ਜੰਮਿਆ ਜਾਇਆ ਹੁੰਦਾ ਹੈ ਉਹਦੇ ਵਾਸਤੇ ਰੋਂਦਾ ਹੈ। ਸੋ ਉਹ ਇਹਨਾਂ ਦੇ ਵੱਡੇ ਜਿਹੜੇ ਹਨ ਉਹ ਰੋਂਦੇ ਰਹੇ ਔਰ ਉਹਨਾਂ ਦਾ ਰੋਣਾ ਇਹਨਾਂ ਦੀ ਅੱਖਾਂ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ। ਉਹਨਾਂ ਦੀ ਸੋਚ ਇਹਨਾਂ ਦੀ ਸੋਚ ਨਾਲ ਹੀ ਸਾਡੇ ਅੱਗੇ ਆਉਂਦੀ ਹੈ ਔਰ ਉਹੀ ਸੋਚ ਇਹਨਾਂ ਨੂੰ ਅੱਜ ਇੱਥੇ ਕਾਹਲੀ ਦੇ ਅੰਦਰ ਲੈ ਕੇ ਆਈ ਹੈ। ਔਰ ਇਹ ਜਿਹੜਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਇਹ ਸਾਰਾ ਕੁਝ ਇਹੀ ਕਰਵਾ ਰਹੀ ਹੈ ਔਰ ਇਸ ਨੇ ਹੋਰ ਬਹੁਤ ਕੁਝ ਕਰਾਉਣਾ ਹੈ। ਇੱਥੇ ਆਉਣ ਦੀ ਕਹਾਣੀ ਮੈਂ ਤੁਹਾਨੂੰ ਇਹ ਦੱਸਣੀ ਆ ਕਿ ਮੈਂ ਜਦੋਂ ਦੇਖੋ ਤੁਹਾਡਾ ਜਿਹੜਾ ਦਿਮਾਗ ਹੈ ਨਾ ਉਹ ਸੈਂਸਰ ਕੰਮ ਕਰਦਾ ਹੈ ਕਿ ਮੈਂ ਪਾਕਿਸਤਾਨ ਦਾ ਮੈਂ ਕਿਹਾ ਸੀ ਕਿ ਮੈਂ ਆਪਣੇ ਪੁਰਖਿਆਂ ਨੂੰ ਵੇਖਣ ਜਾਣਾ, ਪੁਰਖਿਆਂ ਦੀ ਜਨਮ ਭੂਮੀ ਨੂੰ ਵੇਖਣ ਜਾਣਾ। ਇਸ ਕਰਕੇ ਜਦੋਂ ਮੈਂ ਵੀਡੀਓ ਦੀ YouTube ਲਾਉਂਦੀ ਸੀ ਤੇ ਪੰਜਾਬੀ ਪ੍ਰਚਾਰ ਵਾਲੇ ਜਿਹੜੇ ਸੀ ਉਹ ਅੱਗੇ ਆਏ, ਉਹਨਾਂ ਨੇ ਲਾਇਲਪੁਰ ਖਾਲਸਾ ਕਾਲਜ ਦੀ ਵੀਡੀਓ ਕੀਤੀ। ਉਹ ਵੀਡੀਓ ਦੇ ਉੱਤੇ ਜਿਹੜਾ ਉਹਨਾਂ ਦਾ ਮੈਂ ਫ਼ੋਨ ਨੰਬਰ ਸੀ ਉਹਨਾਂ ਨਾਲ ਮੈਂ ਰਾਬਤਾ ਕੀਤਾ। ਰਾਬਤਾ ਕਰਨ ਤੇ ਉਹਨਾਂ ਨੇ ਮੈਨੂੰ ਫ਼ੋਨ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਆਉਣੇ ਚਾਹੁੰਦੀ ਹਾਂ। ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਤੁਹਾਡੇ ਨਾਲ ਤੁਹਾਨੂੰ ਅਸੀਂ ਸਪਾਂਸਰ ਭੇਜਨੇ ਆ ਤੇ ਤੁਸੀਂ ਆਓ। ਇਹਨਾਂ ਦੀ ਬਦੌਲਤ, ਪੰਜਾਬੀ ਪ੍ਰਚਾਰ ਵਾਲਿਆਂ ਦੀ ਬਦੌਲਤ ਮੈਂ ਅੱਜ ਜਿਹੜੀ ਆ ਉਹ ਇੱਥੇ ਆਪਣੇ ਪੁਰਖਿਆਂ ਦਾ ਕਾਲਜ ਵੇਖ ਰਹੀ ਹਾਂ। ਨਾਸਰ ਸਾਹਿਬ, ਇਹ ਬਹੁਤ ਵੱਡਾ ਬਲੰਡਰ ਹੈ। ਅਗੇਨ ਮੈਂ ਇਹੀ ਕਹਾਂਗਾ ਜਿਹੜਾ ਪੰਜਾਬੀਆਂ ਦੇ ਨਾਲ ਵਾਪਰਿਆ। ਦੇਖੋ, ਇੱਕ ਪੰਜਾਬੀ ਉਹ
ਬਣਾਉਂਦਾ ਹੈ 213 ਚੱਕ ਬਹਾਦਰ ਵਾਲਾ ਬਣਾਉਂਦਾ ਹੈ, ਉਹ ਵਸਾਉਂਦਾ ਹੈ, ਸਾਰਾ ਕੁਝ ਉਹਦੀ ਬਿਲਡਿੰਗ ਖੜੀ ਕਰਦਾ ਹੈ, ਰਸਤੇ ਬਣਾਉਂਦਾ ਹੈ, ਗਲੀਆਂ ਬਣਾਉਂਦਾ ਹੈ। ਬਾਅਦ ਦੇ ਵਿੱਚ ਇੱਥੇ ਨਹੀਂ ਰਹਿੰਦਾ, ਉਹਨੂੰ ਬਾਮਰੇ ਮਜਬੂਰੀ ਇੱਥੋਂ ਨਿਕਲਣਾ ਪੈਂਦਾ, ਉਹ ਚਲਾ ਜਾਂਦਾ। ਨਵਾਂ ਆਇਆ ਹੋਇਆ ਬੰਦਾ, ਉਹਦੇ 'ਚ ਕੋਈ ਅਖਲਾਕੀ ਤਕਾਜ਼ਾ ਇਹ ਤੇ ਹੋਣਾ ਚਾਹੀਦਾ ਹੈ ਕਿ ਜੋ ਸ਼ਖਸ ਨੇ ਜੋ ਬਣਾਇਆ, ਜੋ ਉਸਨੇ ਨਾਂ ਰੱਖਿਆ, ਮੈਂ ਉਸ ਨੂੰ ਚਲਾਵਾਂ। ਫਿਰ ਇਹ ਨਾਂ ਸਿਰਫ ਇਹ ਨਾਂ ਨਹੀਂ ਹੁੰਦਾ, ਉਸ ਪਿੰਡ ਦੀ, ਉਸ ਸ਼ਹਿਰ ਦੀ ਪੂਰੀ ਤਾਰੀਖ ਹੈ। ਉਹ ਨਾਵੇਂ ਨੂੰ ਬੰਦਾ, ਮਿਸਾਲ ਦੇ ਤੌਰ ਤੇ 213 ਚੱਕ ਪਛੂਆਂ ਵਾਲੇ, ਮੈਂ ਪੁੱਛਦਾ ਉਹਨੂੰ ਤੁਸੀਂ ਬਣਾ ਦਿੱਤਾ ਹੈ ਕੋਈ ਫਲਾਂ ਨਗਰ ਬਣਾ ਦਿੱਤਾ ਹੈ, ਤੇ ਅੱਜ ਮੈਨੂੰ ਤੇ ਪਤਾ ਹੈ ਜਦੋਂ ਮੈਂ ਨਹੀਂ ਹੋਵਾਂਗਾ ਤੇ ਕੱਲ ਨੂੰ ਅਗਲੀ ਨਸਲ ਉਹ ਕਨੈਕਸ਼ਨ ਕਿਸ ਤਰ੍ਹਾਂ ਬਣੇਗਾ, ਉਹ ਕਨੈਕਟ ਨਹੀਂ ਹੋ ਪਾਏਗਾ। ਸੋ ਇਹ ਹਿਸਟਰੀ ਦੇ ਨਾਲ ਵੀ ਖਿਲਵਾੜ ਹੈ ਜਿਹੜਾ ਦੁਨੀਆ ਦੇ ਵਿੱਚ ਇੰਜ ਨਹੀਂ ਹੁੰਦਾ, ਜਿਹੜਾ ਇਹਨਾਂ ਦੋਨਾਂ ਦੇਸ਼ਾਂ ਦੇ ਅੰਦਰ ਹੋ ਰਹੀ ਹੈ, ਇੱਕ ਦੂਜੇ ਦੀ ਜ਼ਿੱਦ ਦੀ ਬੇਸ ਤੇ ਹੋ ਰਹੀ ਹੈ। ਉਹ ਕਹਿੰਦੇ ਨੇ ਅੱਛਾ ਉਹਨਾਂ ਨੇ ਫਲਾਣਾ ਉਹ ਬਣਾ ਕੇ ਤੇ ਉਹ ਕਰ ਦਿੱਤਾ, ਉਹਨਾਂ ਨੇ ਉਹ ਕਰਾਤਾ। ਅਸੀਂ ਇਹ ਮਿਸਾਲਾਂ ਬਦੀ ਦੇ ਬੇਸ ਤੇ, ਬੁਰੇ ਹੋਣ ਦੇ ਨਾਤੇ ਕਿਉਂ ਲੈਂਦੇ ਹਾਂ? ਅਸੀਂ ਚੰਗੀਆਂ ਮਿਸਾਲਾਂ ਕਿਉਂ ਨਹੀਂ ਦਿੰਦੇ? ਅਸੀਂ ਕਿਸੇ ਸ਼ਹਿਰ ਦਾ ਜਿੰਦਾ ਨਾਮ ਬਦਲਾ ਗਿਆ, ਮਿਸਾਲ ਦੇ ਤੌਰ ਤੇ ਅਸੀਂ ਮਿਊਨਿਸਪਲ ਡਿਗਰੀ ਕਾਲਜ ਖੜੇ ਹਾਂ, ਅਗਰ ਅਸੀਂ ਇਹ ਮਿਸਾਲ ਕਿਉਂ ਨਹੀਂ ਬਣਾਉਂਦੇ, ਪਾਕਿਸਤਾਨ ਇਹ ਮਿਸਾਲ ਕਿਉਂ ਨਹੀਂ ਬਣਾਉਂਦਾ ਕਿ ਅਸੀਂ ਉਸ ਦਾ ਦੁਬਾਰਾ ਤੋਂ ਨਾਂ ਖਾਲਸਾ ਕਾਲਜ ਰੱਖ ਰਹੇ ਹਾਂ? ਫਿਰ ਉਹਦੇ ਅਗੇਂਸਟ ਅਗਰ ਕੋਈ ਕਵੇਗਾ ਤੇ ਫਿਰ ਅਸੀਂ ਮਿਸਾਲ ਪੇਸ਼ ਕਰਾਂਗੇ ਕਿ ਭਾਈ ਜਾਨ ਅਸੀਂ ਖਾਲਸਾ ਕਾਲਜ ਰੱਖ ਦਿੱਤਾ। ਸੋ ਪਹਿਲ ਤੇ ਕਰਨੀ ਪੈਗੀ ਨਾ, ਚੰਗਿਆਈ ਦੀ ਪਹਿਲ ਕੋਈ ਤੇ ਕਰੇਗਾ, ਬੁਰਾਈ ਦੀ ਬਦੀ ਦੀ ਪਹਿਲ ਕਰਨ ਵਾਸਤੇ ਅਸੀਂ ਹਰ ਵੇਲੇ ਤਲਵਾਰਾਂ ਤੇ ਸੋਟੇ ਤੇ ਰਾਈਫਲਾਂ ਤੇ ਕਲਾਸ਼ਨਕੋਫਾਂ ਕੱਢਣ ਨੂੰ ਤਿਆਰ ਖੜੇ ਹਾਂ। ਚੰਗੇ ਵਾਸਤੇ ਵੀ ਤੇ ਤਿਆਰ ਹੋ ਜਾਈਏ। ਫੀਲਿੰਗ ਮੈਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦੀ ਕਿ ਜੋ ਮੈਂ ਫੀਲਿੰਗ ਹੋਣਾ ਇੱਥੇ ਬੱਚਿਆਂ 'ਚ ਵੀ ਆਉਂਦਿਆਂ ਵੇਖੀ ਕਿ ਬਹੁਤ ਸੋਹਣਾ ਉਹਨਾਂ ਨੇ ਮੇਰਾ ਵੈਲਕਮ ਕੀਤਾ, ਪ੍ਰਿੰਸੀਪਲ ਨੇ ਵੀ, ਬੱਚਿਆਂ ਨੇ ਵੀ, ਮੈਂ ਬਿਆਨ ਨਹੀਂ ਕਰ ਸਕਦੀ। ਮੇਰਾ ਮੈਸੇਜ ਇਹੋ ਹੀ ਹੈ ਕਿ ਜੋ ਇੰਡੀਅਨ ਵੀ ਪਾਸਪੋਰਟ ਨੇ ਉਹਨਾਂ ਤੇ ਵੀ ਵੀਜ਼ੇ ਲੱਗਣੇ ਚਾਹੀਦੇ ਨੇ, ਤੇ ਉਹ ਵੀ ਆ ਕੇ ਜਿਹੜੇ ਨੇ, ਜੋ ਮੇਰੇ ਭੈਣ ਭਰਾ ਇੰਡੀਆ ਵੀ ਰਹਿੰਦੇ ਨੇ, ਉਹ ਵੀ ਆ ਕੇ ਆਪਣੇ ਪੁਰਖਿਆਂ ਦੀ ਜਿਹੜੀ ਧਰਤੀ ਜਿਹੜੀ ਦਾਨ ਕੀਤੀ ਹੈ ਉਹ ਵੇਖਣ। ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦਾ ਇਹ ਖਾਲਸਾ ਕਾਲਜ ਇਸ ਗੱਲ ਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਜਦੋਂ ਵੰਡ ਹੋਈ ਸੀ ਉਦੋਂ ਸ਼ੈਵਾਂ ਤੇ ਵੰਡੀਆਂ ਗਈਆਂ, ਪਰ ਉਹਨਾਂ ਸ਼ੈਵਾਂ ਨੂੰ ਬਣਾਉਣ ਵਾਲੇ ਇਹਨਾਂ ਨੂੰ ਸ਼ੈਵਾਂ ਜਾਂ ਮਕਾਨ ਜਾਂ ਕਾਲਜ ਜਾਂ ਦਰੋ ਦੀਵਾਰ ਨਹੀਂ ਸੀ ਸਮਝਦੇ, ਬਲਕਿ ਉਹਨਾਂ ਦੀ ਇਹਨਾਂ ਵਾਸਤੇ ਫੀਲਿੰਗ ਕੁਝ ਹੋਰ ਹੀ ਸੀ। ਹਰਜੀਤ ਕੌਰ ਉਹਨਾਂ ਦਾ ਇਟਲੀ ਤੋਂ ਇੱਥੇ ਆਣਾ, ਆ ਕੇ ਆਪਣੇ ਪੜਦਾਦਾ ਦਾ ਬਣਾਇਆ ਹੋਇਆ ਕਾਲਜ ਵੇਖਣਾ ਯਕੀਨਨ ਕਿਸੇ ਹੋਰ ਵਾਸਤੇ ਤਾਂ ਇੱਕ ਆਮ ਗੱਲ ਹੋਏਗੀ, ਪਰ ਉਹਨਾਂ ਵਾਸਤੇ ਇਹ ਫੀਲਿੰਗ, ਉਹਨਾਂ ਵਾਸਤੇ ਇਹ ਜਜ਼ਬਾਤ ਬਿਆਨ ਤੋਂ ਬਾਹਰ ਹੈ। ਕਿਉਂਕਿ ਇਹ ਥਾਵਾਂ ਜਦੋਂ ਬਣਾਈਆਂ ਗਈਆਂ, ਇਹਨਾਂ ਥਾਵਾਂ ਨੂੰ ਬਣਾਉਣ ਲੱਗੇ ਕਿਸੇ ਵੀ ਕਿਸਮ ਦਾ ਬਿਜ਼ਨਸ ਪਰਪਸ ਨਹੀਂ ਸੀ ਹੈਗਾ। ਇਹਨਾਂ ਥਾਵਾਂ ਨੂੰ ਬਣਾਉਣ ਲਈ ਇੱਕ ਵੱਡਾ ਜਜ਼ਬਾ ਤੇ ਇੱਕ ਵੱਡਾ ਹੁਬ ਤੇ ਮੁਹੱਬਤ ਮੌਜੂਦ ਸੀ। ਉਸ ਮੁਹੱਬਤ ਤੇ ਉਸ ਹੁਬ ਦਾ ਸਬੂਤ ਇਹ ਵੇ ਕਿ ਅੱਜ ਤਕਰੀਬਨ 125 ਸਾਲ ਲੰਘਣ ਦੇ ਬਾਵਜੂਦ ਵੀ ਇਸ ਥਾਂ ਨੂੰ ਬਣਾਉਣ ਵਾਲਿਆਂ ਦੀ ਚੌਥੀ ਪੀੜ੍ਹੀ ਜਿਹੜੀ ਹੈ ਉਹ ਇਹਨੂੰ ਵੇਖਣ ਲਈ ਬੇਤਾਬ ਹੈ।